ਦੋਸਤੋ ਸਕਸੈਸ ਪੁਆਇੰਟ ਦੇ ਈ-ਲਰਨਿੰਗ ਚੈਨਲ ਸੀਈਟੀ ਪੇਪਰ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਆਪਣਾ ਹਿਸਟਰੀ ਦਾ ਸੈਕੰਡ ਅਧਿਆਇ ਹੈ ਜੋ ਉਸ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਆਪਾਂ ਦਿੱਲੀ ਸਲਤਨਤ ਹੈ ਜੋ ਉਸ ਦੀ ਔਰ ਜੋ ਅਰਬ ਤੋਂ ਜੋ ਮੁਸਲਿਮ ਆਏ ਸਨ ਉਹਨਾਂ ਨੇ ਕਿਵੇਂ ਭਾਰਤ ਤੇ ਹਮਲੇ ਕੀਤੇ ਉਹਨਾਂ ਦੀ ਗੱਲ ਕਰਾਂਗੇ। ਸੋ ਅੱਜ ਆਪਾਂ ਪਹਿਲਾ ਲੈਕਚਰ ਹੈ ਜੋ ਉਸ ਦੀ ਸ਼ੁਰੂਆਤ ਕਰਨ ਜਾ ਰਹੇ ਹਾਂਗੇ ਮੈਡੀਵਲ ਹਿਸਟਰੀ ਦੀ। ਇਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਜਿੰਨੀਆਂ ਵੀ ਸਾਡੀਆਂ ਵੀਡੀਓਜ਼ ਨੇ ਉਹਨਾਂ ਦਾ ਨੋਟੀਫਿਕੇਸ਼ਨ ਉਹ ਸਭ ਤੋਂ ਪਹਿਲਾਂ ਮਿਲ ਸਕੇ। ਔਰ ਇਸ ਤੋਂ ਪਹਿਲਾਂ ਜੋ ਐਂਸ਼ੀਅੰਟ ਹਿਸਟਰੀ ਦੇ ਟੋਟਲ ਜੋ ਕਵਰ ਕੀਤੀ ਹੋਈ ਆ ਉਸ ਦੇ ਸਾਰੇ ਜੋ ਲੈਕਚਰ ਹਨ ਉਹ ਸਾਡੇ ਚੈਨਲ ਤੇ ਅਵੇਲੇਬਲ ਹਨ, ਤੁਸੀਂ ਉਹਨਾਂ ਨੂੰ ਵੀ ਜਾ ਕੇ ਦੇਖ ਸਕਦੇ ਹੋ। ਸੋ ਅੱਜ ਦੇ ਲੈਕਚਰ ਦੀ ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਜੀ ਕਿ ਉਹ ਪਹਿਲਾ ਮੁਸਲਿਮ ਜਿਸ ਨੇ ਭਾਰਤ ਤੇ ਹਮਲਾ ਕੀਤਾ। ਤਾਂ ਸਭ ਤੋਂ ਪਹਿਲਾ ਜੋ ਹਮਲਾ ਹੋਇਆ ਸੀ ਉਹ ਸਿੰਧ ਤੇ ਹੋਇਆ ਸੀ ਜੀ। ਔਰ ਸਭ ਤੋਂ ਪਹਿਲਾ ਜੋ ਮੁਸਲਿਮ ਸੀ ਜਿਸ ਨੇ ਭਾਰਤ ਤੇ ਹਮਲਾ ਕੀਤਾ ਸੀ ਉਹ ਸੀ ਮੁਹੰਮਦ ਬਿਨ ਕਾਸਿਮ। ਇਸਨੇ 712 ਏਡੀ ਦੇ ਵਿੱਚ ਭਾਰਤ ਤੇ ਹਮਲਾ ਕੀਤਾ ਸੀ। ਨੈਕਸਟ ਆਉਂਦਾ ਹੈ ਜੀ ਮਹਿਮੂਦ ਆਫ ਗਜ਼ਨੀ। ਇਹ ਅਫਗਾਨਿਸਤਾਨ ਦੇ ਵਿੱਚ ਇੱਕ ਜਗ੍ਹਾ ਹੈ ਗਜ਼ਨੀ, ਉੱਥੋਂ ਦਾ ਇਹ ਮਹਿਮੂਦ ਸੀ। ਇਸ ਦਾ ਨਾਮ ਸੀ ਮੁਹੰਮਦ ਗਜ਼ਨਵੀ। ਇਸ ਦਾ ਜਨਮ 971 ਏਡੀ ਦੇ ਵਿੱਚ ਹੋਇਆ ਸੀ। ਇਹ ਸੁਬੁਕਜਨ ਦਾ ਬੇਟਾ ਸੀ ਜੋ ਕਿ ਗਜ਼ਨੀ ਦਾ ਰਾਜਾ ਸੀ। ਮੁਹੰਮਦ ਆਫ ਗਜ਼ਨੀ ਸੀ, ਉਸਨੇ ਭਾਰਤ ਤੇ ਟੋਟਲ 17 ਹਮਲੇ ਕੀਤੇ ਸੀ ਔਰ ਇਸਨੇ ਲਗਭਗ 10ਵੀਂ ਸਦੀ ਦੇ ਜੋ ਅਖੀਰ ਦੇ ਵਿੱਚ ਸੀ ਉਸਨੇ ਹਮਲੇ ਕਰਨੇ ਸ਼ੁਰੂ ਕੀਤੇ ਸੀ। ਇਸ ਦਾ ਜੋ ਦੂਸਰਾ ਹਮਲਾ ਸੀ ਉਹ ਬਹੁਤ ਇੰਪੋਰਟੈਂਟ ਹੈ। ਪੰਜਾਬ ਦੇ ਰਾਜੇ ਜੈਪਾਲ ਨਾਲ ਇਸ ਦੀ ਜੋ ਹੈ ਲੜਾਈ ਹੋਈ ਸੀ ਔਰ ਉਸ ਲੜਾਈ ਦਾ ਨਾਮ ਸੀ ਫਸਟ ਬੈਟਲ ਆਫ ਵਾਈ ਹਿੰਦ। ਇਹ 1001 ਏਡੀ ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਇਸਨੇ ਆਪਣੇ 6ਵੇਂ ਹਮਲੇ ਦੇ ਵਿੱਚ ਆਨੰਦਪਾਲ ਨਾਮ ਦੇ ਰਾਜੇ ਨਾਲ ਜੋ ਹੈ ਲੜਾਈ ਕੀਤੀ, ਜਿਸ ਨੂੰ ਸੈਕੰਡ ਬੈਟਲ ਆਫ ਵਾਈ ਹਿੰਦ ਕਿਹਾ ਜਾਂਦਾ ਹੈ। ਇਹ 1008 ਏਡੀ ਦੇ ਵਿੱਚ ਹੋਈ ਸੀ। ਔਰ ਸਭ ਤੋਂ ਇੰਪੋਰਟੈਂਟ ਜੋ ਅਗਲਾ ਆਉਂਦਾ ਹੈ 16ਵਾਂ ਹਮਲਾ। ਇਸ ਦੇ ਵਿੱਚ ਇਸਨੇ ਸੋਮਨਾਥ ਟੈਂਪਲ ਜੋ ਕਿ ਕਾਠੀਆਵਾੜ ਗੁਜਰਾਤ ਦੇ ਵਿੱਚ ਹੈ ਇਸ ਨੂੰ ਤਬਾਹ ਕੀਤਾ ਸੀ। ਇਹ ਜੋ ਸੋਮਨਾਥ ਟੈਂਪਲ ਹੈ ਇਹ ਸ਼ਿਵ ਦਾ ਮੰਦਿਰ ਹੈ ਜੀ। ਇਸ ਨੂੰ 1025 ਏਡੀ ਦੇ ਵਿੱਚ ਤਬਾਹ ਕੀਤਾ ਸੀ। ਔਰ ਲਾਸਟ ਹਮਲਾ ਜੋ 17ਵਾਂ ਹਮਲਾ ਸੀ ਉਹ ਜਾਟ ਦੇ ਵਿਰੁੱਧ ਹਮਲਾ ਕੀਤਾ ਸੀ ਇਸਨੇ ਔਰ ਉਹਨਾਂ ਨੂੰ ਹਰਾਇਆ ਸੀ 1026 ਏਡੀ ਦੇ ਵਿੱਚ। ਸੋ ਇਸ ਦਾ ਜੋ ਮੇਨ ਆਬਜੈਕਟਿਵ ਸੀ ਭਾਰਤ ਤੇ ਹਮਲੇ ਕਰਨ ਦਾ ਮੁਹੰਮਦ ਗਜ਼ਨਵੀ ਦਾ, ਕਿ ਭਾਰਤ ਦੇ ਜੋ ਅਮੀਰ ਮੰਦਿਰ ਅਤੇ ਜਗ੍ਹਾ ਨੇ ਉਹਨਾਂ ਨੂੰ ਲੁੱਟਣਾ, ਨਾ ਕਿ ਇੱਥੇ ਭਾਰਤ ਦੇ ਵਿੱਚ ਆਪਣਾ ਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨਾ। ਮਤਲਬ ਇਸਨੇ ਭਾਰਤ ਦੇ ਵਿੱਚ ਸਿਰਫ ਲੁੱਟਣ ਦੇ ਲਈ ਹੀ ਆਉਣਾ ਹੁੰਦਾ ਸੀ, ਨਾ ਕਿ ਆਪਣਾ ਜੋ ਰਾਜ ਸਥਾਪਿਤ ਕਰਨ ਦੇ ਲਈ। ਇਸਨੇ 3 ਜੋ ਬਹੁਤ ਹੀ ਇੰਪੋਰਟੈਂਟ ਪਰਸਨ ਨੇ ਜਿਨ੍ਹਾਂ ਨੂੰ ਸਰਪ੍ਰਸਤੀ ਦਿੱਤੀ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਹੈ ਜੀ ਫਿਰਦੌਸੀ, ਜਿਸ ਨੂੰ ਹੋਮਰ ਆਫ ਦੀ ਈਸਟ ਵੀ ਆਖਿਆ ਜਾਂਦਾ ਹੈ। ਇਹ ਪਰਸ਼ੀਅਨ ਪੋਇਟ ਸੀ। ਇਸਨੇ ਸ਼ਾਹਨਾਮਾ ਲਿਖੀ ਹੈ, ਬਹੁਤ ਹੀ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਅਕਸਰ ਵਾਰ-ਵਾਰ ਇਸ ਬਾਰੇ ਪੁੱਛਿਆ ਗਿਆ ਹੈ। ਨੈਕਸਟ ਆਉਂਦਾ ਜੀ ਅਲ-ਬਰੂਨੀ। ਇਸਨੇ ਤਹਿਕੀਕ ਹਿੰਦ ਲਿਖੀ ਸੀ ਜੀ ਔਰ ਇਹ ਪਹਿਲਾ ਮੁਸਲਿਮ ਸੀ ਜਿਸਨੇ ਕੁਰਾਨ ਪੜ੍ਹੇ ਸਨ। ਨੈਕਸਟ ਆਉਂਦਾ ਜੀ ਉਤਬੀ। ਇਸਨੇ ਕਿਤਾਬ ਉਲ ਜਮਨੀ ਤੇ ਤਾਰੀਖ ਜਮਨੀ ਲਿਖੀ ਸੀ। ਸੋ ਇਹ ਤਿੰਨ ਪੋਇਟ ਸੀ ਉਸ ਸਮੇਂ ਜਿਨ੍ਹਾਂ ਨੂੰ ਮੁਹੰਮਦ ਗਜ਼ਨੀ ਨੇ ਆਪਣੇ ਕੋਲ ਸਰਪ੍ਰਸਤੀ ਦਿੱਤੀ ਸੀ। ਉਸ ਤੋਂ ਬਾਅਦ ਆਉਂਦਾ ਜੀ ਇੱਕ ਹੋਰ ਜੋ ਮੁਸਲਿਮ ਆਇਆ ਮੁਹੰਮਦ ਗੋਰੀ। ਇਸ ਨੂੰ ਰੀਅਲ ਫਾਊਂਡਰ ਮੰਨਿਆ ਜਾਂਦਾ ਭਾਰਤ ਦੇ ਵਿੱਚ ਮੁਸਲਿਮ ਰਾਜ ਨੂੰ ਸਥਾਪਿਤ ਕਰਨ ਦੇ ਲਈ। ਮਤਲਬ ਇਹ ਪਹਿਲਾ ਸੀ ਜਿਸਨੇ ਭਾਰਤ ਦੇ ਵਿੱਚ ਆਪਣਾ ਜੋ ਮੁਸਲਿਮ ਰਾਜ ਸੀ ਉਸਨੂੰ ਸਥਾਪਿਤ ਕੀਤਾ ਸੀ। ਸੋ ਇਸਨੇ ਸਭ ਤੋਂ ਪਹਿਲਾਂ 1175 ਏਡੀ ਦੇ ਵਿੱਚ ਮੁਲਤਾਨ ਤੇ ਹਮਲਾ ਕੀਤਾ ਸੀ ਔਰ ਉੱਥੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਇਸਨੇ 1179 ਵਿੱਚ ਪਿਸ਼ਾਵਰ ਨੂੰ ਜਿੱਤਿਆ, 1182 ਵਿੱਚ ਸਿੰਧ ਤੇ ਜਿੱਤ ਪ੍ਰਾਪਤ ਕੀਤੀ, 1185 ਵਿੱਚ ਸਿਆਲਕੋਟ ਤੇ ਜਿੱਤ ਪ੍ਰਾਪਤ ਕੀਤੀ ਤੇ ਫਾਈਨਲੀ 1186 ਦੇ ਵਿੱਚ ਪੰਜਾਬ ਤੇ ਜਿੱਤ ਪ੍ਰਾਪਤ ਕੀਤੀ। ਇਸਨੇ ਜੋ ਦਿੱਲੀ ਦਾ ਰਾਜਾ ਸੀਗਾ ਪ੍ਰਿਥਵੀਰਾਜ ਚੌਹਾਨ, ਉਸ ਨਾਲ ਲੜਾਈ ਕੀਤੀ ਜਿਸ ਤੋਂ ਇਹ ਹਾਰ ਗਿਆ। ਫਸਟ ਬੈਟਲ ਆਫ ਤਰੇਨ ਜੋ ਕਿ 1991 ਵਿੱਚ ਹੋਈ ਸੀ, ਉਸ ਦੇ ਵਿੱਚ ਮੁਹੰਮਦ ਘੋੜੀ ਪ੍ਰਿਥਵੀਰਾਜ ਚੌਹਾਨ ਤੋਂ ਹਾਰ ਗਿਆ। ਬਟ ਜੋ ਸੈਕਿੰਡ ਬੈਟਲ ਆਫ ਤਰੇਨ ਹੋਈ ਸੀ ਉਹ ਵੀ ਪ੍ਰਿਥਵੀਰਾਜ ਚੌਹਾਨ ਨਾਲ ਹੋਈ ਸੀ। ਉਸ ਦੇ ਵਿੱਚ ਮੁਹੰਮਦ ਘੋੜੀ ਕੀ ਹੋ ਗਿਆ, ਜਿੱਤ ਗਿਆ। ਉਹ 1192 ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ
ਬੈਟਲ ਆਫ ਚੰਦਵਾਰ ਹੋਈ ਸੀ ਜੀ 1194 ਦੇ ਵਿੱਚ। ਇਸ ਦੇ ਵਿੱਚ ਜੋ ਜੈ ਚੰਦ ਸੀ ਕਨੌਜ ਦਾ ਰਾਜਾ, ਉਸ ਨੂੰ ਮੁਹੰਮਦ ਘੋੜੀ ਨੇ ਹਰਾ ਦਿੱਤਾ ਅਤੇ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਦਾ ਇੱਕ ਬਹੁਤ ਹੀ ਇੰਪੋਰਟੈਂਟ ਜੋ ਕਮਾਂਡਰ ਸੀ ਉਸ ਦਾ ਨਾਮ ਸੀ ਬਖਤਿਆਰ ਖਿਲਜੀ। ਉਸਨੇ ਬਿਹਾਰ ਅਤੇ ਬੰਗਾਲ ਜੋ ਸੀ ਉਸ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਅਤੇ ਨਾਲੰਦਾ ਤੇ ਜੋ ਵਿਕਰਮਸ਼ਿਲਾ ਯੂਨੀਵਰਸਿਟੀ ਸੀਗੀਆਂ ਉਹਨਾਂ ਨੂੰ ਤਬਾਹ ਕਰਤਾ ਸੀ। ਅਤੇ ਫਾਈਨਲੀ ਮੁਹੰਮਦ ਘੋੜੀ ਦੀ 1206 ਦੇ ਵਿੱਚ ਮੌਤ ਹੋ ਗਈ। ਤਾਂ ਇਸ ਦਾ ਇੱਕ ਗੁਲਾਮ ਸੀ ਕੁਤਬੁੱਦੀਨ ਐਬਕ, ਉਸਨੇ ਹੈ ਜੋ ਉਸਦਾ ਚਾਰਜ ਸੰਭਾਲ ਲਿਆ। ਸੋ ਨੈਕਸਟ ਆਉਂਦਾ ਜੀ ਬਹੁਤ ਹੀ ਇੰਪੋਰਟੈਂਟ ਮਿਡੀਵਲ ਹਿਸਟਰੀ ਦੇ ਵਿੱਚ ਜੋ ਬਹੁਤ ਇੰਪੋਰਟੈਂਟ ਜੋ ਟੌਪਿਕ ਹੈ ਦਿੱਲੀ ਸਲਤਨਤ। ਸੋ ਦਿੱਲੀ ਸਲਤਨਤ ਦਾ ਟੌਪਿਕ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜੋ ਦਿੱਲੀ ਸਲਤਨਤ ਸੀ ਇਸ ਦੇ ਉੱਤੇ 5 ਵੰਸ਼ ਸੀ ਜੋ ਉਹਨਾਂ ਨੇ ਰਾਜ ਕੀਤਾ ਸੀ। ਇਹ ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾ ਵੰਸ਼ ਸੀ ਦਾ ਸਲੇਵ, ਗੁਲਾਮ ਵੰਸ਼ ਕਿਹਾ ਜਾਂਦਾ ਜਿਸ ਨੂੰ, ਜਾਂ ਇਲਬਰੀ। ਇਸਨੇ 1206 ਤੋਂ ਲੈ ਕੇ 1290 ਤੱਕ ਦਿੱਲੀ ਤੇ ਰਾਜ ਕੀਤਾ। ਉਸ ਤੋਂ ਬਾਅਦ ਜੀ ਖਿਲਜੀ ਵੰਸ਼ ਆਇਆ। ਇਸਨੇ 1290 ਤੋਂ ਲੈ ਕੇ 1320 ਤੱਕ ਦਿੱਲੀ ਸਲਤਨਤ ਤੇ ਰਾਜ ਕੀਤਾ। ਉਸ ਤੋਂ ਬਾਅਦ ਆਇਆ ਤੁਗਲਕ ਵੰਸ਼। ਇਸਨੇ 1320 ਤੋਂ ਲੈ ਕੇ 1413 ਤੱਕ ਰਾਜ ਕੀਤਾ। ਦੈਨ ਆਉਂਦਾ ਜੀ ਸੈਯਦ ਵੰਸ਼। ਉਸਨੇ 1414 ਤੋਂ ਲੈ ਕੇ 1451 ਤੱਕ ਰਾਜ ਕੀਤਾ। ਔਰ ਫਾਈਨਲੀ ਜੋ ਲਾਸਟ ਵੰਸ਼ ਸੀ ਜਿਸਨੇ ਦਿੱਲੀ ਤੇ ਰਾਜ ਕੀਤਾ ਉਹ ਸੀ ਲੋਧੀ ਵੰਸ਼। ਇਸਨੇ 1451 ਤੋਂ ਲੈ ਕੇ 1526 ਤੱਕ ਦਿੱਲੀ ਤੇ ਰਾਜ ਕੀਤਾ। ਸੋ ਇਹ 5 ਵੰਸ਼ ਨੇ ਜਿਨ੍ਹਾਂ ਨੇ ਦਿੱਲੀ ਤੇ ਰਾਜ ਕੀਤਾ। ਸੋ ਆਪਾਂ ਹੁਣ ਸਟਾਰਟ ਕਰਨ ਜਾਣੇ ਆ। ਸਭ ਤੋਂ ਪਹਿਲਾ ਵੰਸ਼ ਹੈ ਜੀ ਸਲੇਵ ਵੰਸ਼, ਜਿਸ ਨੂੰ ਗੁਲਾਮ ਵੰਸ਼ ਕਿਹਾ ਜਾਂਦਾ। ਇਲਵਰੀ ਡਾਇਨੈਸਟੀ ਸੀ ਇਹ। ਹੁਣ ਇਸ ਨੂੰ ਇਲਵਰੀ ਕਿਉਂ ਆਖਿਆ ਜਾਂਦਾ ਹੈਗਾ ਤੇ ਸਲੇਵ ਕਿਉਂ ਆਖਿਆ ਜਾਂਦਾ? ਸਲੇਵ ਤਾਂ ਇਸ ਲਈ ਆਖਿਆ ਜਾਂਦਾ ਕਿਉਂਕਿ ਜੋ ਇਸ ਦਾ ਜੋ ਪਹਿਲਾ ਰਾਜਾ ਸੀ ਕੁਤਬੁੱਦੀਨ ਐਬਕ, ਜਿਸਨੇ 1206 ਤੋਂ ਲੈ ਕੇ 1210 ਤੱਕ ਰਾਜ ਕੀਤਾ ਸੀ, ਇਹ ਮੁਹੰਮਦ ਘੋੜੀ ਦਾ ਗੁਲਾਮ ਸੀ। ਇਸ ਕਰਕੇ ਇਸ ਨੂੰ ਜੋ ਹੈ ਸਲੇਵ ਵੰਸ਼ ਵੀ ਆਖਿਆ। ਹੁਣ ਇਲਵਰੀ ਕਿਉਂ ਆਖਿਆ ਜਾਂਦਾ ਹੈ? ਕਿਉਂਕਿ ਇਲਵਰੀ ਜੋ ਸਨ ਇਹ ਤੁਰਕ ਦੇ ਇੱਕ ਕਬੀਲੇ ਦੇ ਲੋਕ ਸਨ ਇਲਵਰੀ। ਇਸ ਕਰਕੇ ਇਸ ਨੂੰ ਜੋ ਬਾਕੀ ਇਸ ਤੋਂ ਬਾਅਦ ਕੁਤਬੁੱਦੀਨ ਐਬਕ ਤੋਂ ਬਾਅਦ ਜੋ ਰਾਜੇ ਸਨ ਉਹ ਸਾਰੇ ਇਲਵਰੀ ਸਨ। ਸੋ ਪਹਿਲਾ ਰਾਜਾ ਸੀ ਜੋ ਸਲੇਵ ਵੰਸ਼ ਦਾ ਉਹ ਸੀ ਕੁਤਬੁੱਦੀਨ ਐਬਕ, ਜੋ ਕਿ ਮੁਹੰਮਦ ਘੋੜੀ ਦਾ ਗੁਲਾਮ ਸੀ। ਇਸਨੇ ਆਪਣੀ ਕੈਪੀਟਲ ਜੋ ਸੀ ਲਾਹੌਰ ਬਣਾਈ। ਕੁਤਬੁੱਦੀਨ ਐਬਕ ਨੂੰ ਲਾਖ ਬਖਸ਼ ਵੀ ਆਖਿਆ ਜਾਂਦਾ ਸੀ। ਇਸਨੇ ਕੁਤਬ ਮੀਨਾਰ ਜੋ ਹੈ ਉਹ ਬਣਵਾਉਣ ਦੀ ਸ਼ੁਰੂਆਤ ਕੀਤੀ। ਜੋ ਇਹ ਕੁਤਬ ਮੀਨਾਰ ਸੀ ਇਸ ਦਾ ਨਾਮ ਸੀ ਜੋ ਉਹ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਦੇ ਨਾਮ ਤੇ ਰੱਖਿਆ ਸੀ। ਇਹ ਇੱਕ ਸੂਫੀ ਸੰਤ ਸੀ ਉਸ ਸਮੇਂ। ਤਾਂ ਜੋ ਕੁਤਬੁੱਦੀਨ ਐਬਕ ਸੀ ਉਸਦੀ ਲਾਹੌਰ ਦੇ ਵਿੱਚ ਮੌਤ ਹੋ ਗਈ ਸੀ ਚੌਗਾਨ ਖੇਲ ਦੇ ਵੇਲੇ। ਇਹ ਜੋ ਚੌਗਾਨ ਹੈ ਇਹ ਪੋਲੋ ਨੂੰ ਕਿਹਾ ਜਾਂਦਾ ਹੈਗਾ। ਘੋੜੇ ਦੇ ਉੱਪਰ ਜੋ ਹਾਕੀ ਸਟਿੱਕ ਲੈ ਕੇ, ਹਾਕੀ ਦੀ ਸਟਿੱਕ ਤਰ੍ਹਾਂ ਇੱਕ ਲੈ ਕੇ ਜੋ ਬਾਲ ਨਾਲ ਖੇਡਿਆ ਜਾਂਦਾ ਹੈ, ਉਹ ਖੇਡਦੇ ਸਮੇਂ ਇਸ ਦੀ ਘੋੜੇ ਤੋਂ ਡਿੱਗ ਕੇ ਇਸ ਦੀ ਮੌਤ ਹੋ ਗਈ ਸੀ। ਤਾਂ ਇਸਨੇ ਕੁਤਬੁੱਦੀਨ ਐਬਕ ਨੇ ਕੁਆਤ ਉਲ ਇਸਲਾਮ ਜੋ ਕਿ ਭਾਰਤ ਦੀ ਪਹਿਲੀ ਮਸਜਿਦ ਆ ਉਹ ਬਣਵਾਈ ਸੀ ਦਿੱਲੀ ਦੇ ਵਿੱਚ। ਇਹ ਕੁਤਬ ਮੀਨਾਰ ਦੇ ਵਿੱਚ ਹੀ ਸਥਿਤ ਹੈ। ਇਸ ਤੋਂ ਇਲਾਵਾ ਇਸਨੇ 2.5 ਦਿਨ ਦਾ ਝੋਪੜਾ ਬਣਵਾਇਆ ਸੀ ਜੀ ਅਜਮੇਰ ਦੇ ਵਿੱਚ। ਇਹ ਵੀ ਬਹੁਤ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਜੋ ਬਾਰ-ਬਾਰ ਹੈ ਇਹ ਪੁੱਛਿਆ ਜਾਂਦਾ ਹੈ। ਤਾਂ ਕੁਤਬੁੱਦੀਨ ਐਬਕ ਤੋਂ ਬਾਅਦ ਜੋ ਅਗਲਾ ਰਾਜਾ ਬਣਿਆ ਸਲੇਵ ਵੰਸ਼ ਦਾ ਜੋ ਸੀ ਉਹ ਸੀ ਆਰਾਮ ਸ਼ਾਹ। 1210 ਦੇ ਵਿੱਚ ਹੀ ਇਹ ਬਣਿਆ ਸੀ ਔਰ ਥੋੜੇ ਸਮੇਂ ਦੇ ਬਾਅਦ ਹੀ ਇਹ ਕੀ ਹੋਇਆ, ਇਸ ਨੂੰ ਜੋ ਹੈ ਰਾਜ ਗੱਦੀ ਤੋਂ ਉਤਾਰ ਦਿੱਤਾ ਗਿਆ। ਕਿਉਂਕਿ ਇਹ ਜੋ ਸੀ ਰਾਜਾ ਇਹ ਬਹੁਤ ਹੀ ਵੀਕ ਸੀ। ਠੀਕ ਹੈ, ਮਤਲਬ ਇਸ ਨੂੰ ਜੋ ਸ਼ਾਸਨ ਹੈ ਉਸ ਨੂੰ ਚਲਾਉਣ ਦਾ ਬਿਲਕੁਲ ਵੀ ਮਤਲਬ ਅਨੁਭਵ ਨਹੀਂ ਸੀ ਅਤੇ ਲੋਕਾਂ ਨੇ ਉਸਨੂੰ ਬਿਲਕੁਲ ਨਕਾਰ ਦਿੱਤਾ ਸੀਗਾ। ਤਾਂ ਇਲਤੁਤਮਿਸ਼ ਸੀ ਜੋ ਉਸਨੇ ਇਸ ਨੂੰ ਹਰਾ ਦਿੱਤਾ ਅਤੇ ਜੋ ਰਾਜਘਾਟ ਸੀ ਉਹ ਸਾਰਾ ਖੁਦ ਸੰਭਾਲ ਲਿਆ। ਤਾਂ ਇਸ ਤੋਂ ਬਾਅਦ ਨੈਕਸਟ ਰਾਜਾ ਆਉਂਦਾ ਜੀ ਇਲਤੁਤਮਿਸ਼। ਬਹੁਤ ਹੀ ਇੰਪੋਰਟੈਂਟ ਹੈ, ਸਲੇਵ ਡਾਇਨੈਸਟੀ ਦਾ ਸਭ ਤੋਂ ਜੋ ਮਹਾਨ ਰਾਜਾ ਸੀ ਇਲਤੁਤਮਿਸ਼, ਉਸ ਦੀ ਗੱਲ ਕਰਦੇ ਹਾਂ। 1210 ਤੋਂ ਲੈ ਕੇ 1236 ਤੱਕ ਇਸਨੇ ਜੋ ਹੈ ਸਲੇਵ ਵੰਸ਼ ਦਾ ਰਾਜਾ ਰਿਹਾ। ਇਹ ਜੋ ਇਲਤੁਤਮਿਸ਼ ਸੀ ਇਹ ਕੁਤਬੁੱਦੀਨ ਐਬਕ ਦਾ ਜਵਾਈ ਸੀ। ਇਸ ਨੂੰ ਸਲੇਵ ਆਫ ਦੀ ਸਲੇਵ ਵੀ ਆਖਿਆ ਜਾਂਦਾ ਸੀ। ਇਹ ਕੁਐਸਚਨ ਬਹੁਤ ਇੰਪੋਰਟੈਂਟ ਬਣਦਾ ਜੀ, ਸਲੇਵ ਆਫ ਦੀ ਸਲੇਵ ਕਿਸ ਨੂੰ ਆਖਿਆ ਜਾਂਦਾ ਹੈ? ਇਲਤੁਤਮਿਸ਼। ਕਿਉਂਕਿ ਜੋ ਕੁਤਬੁੱਦੀਨ ਐਬਕ ਸੀ ਉਹ ਮੁਹੰਮਦ ਘੋੜੀ ਦਾ ਗੁਲਾਮ ਸੀ ਔਰ ਇਹ ਜੋ ਇਲਤੁਤਮਿਸ਼ ਸੀ ਇਹ ਕੁਤਬੁੱਦੀਨ ਐਬਕ ਦਾ ਗੁਲਾਮ ਸੀ। ਇਸ ਕਰਕੇ ਇਸ ਨੂੰ ਗੁਲਾਮਾਂ ਦਾ ਗੁਲਾਮ ਆਖਿਆ ਜਾਂਦਾ ਹੈ। ਤਾਂ ਇਸ ਨੂੰ
ਜੋ ਸਲੇਵ ਡਾਇਨੈਸਟੀ ਦਾ ਜਿੰਨੇ ਵੀ ਰਾਜੇ ਹੋਏ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਜੋ ਅਸਲੀ ਰਾਜਾ ਹੈ ਉਹ ਇਸ ਨੂੰ ਮੰਨਿਆ ਜਾਂਦਾ ਹੈ। ਇਸਨੇ ਜੋ ਆਪਣੀ ਕੈਪੀਟਲ ਸੀ ਲਾਹੌਰ ਤੋਂ ਬਦਲ ਕੇ ਦਿੱਲੀ ਕਰ ਦਿੱਤੀ, ਔਰ ਸਭ ਤੋਂ ਇੰਪੋਰਟੈਂਟ ਇਸਨੇ ਭਾਰਤ ਨੂੰ ਚੰਗੇਜ਼ ਖਾਨ ਦੇ ਹਮਲਿਆਂ ਤੋਂ ਬਚਾਇਆ ਸੀ। ਇਹ ਚੰਗੇਜ਼ ਖਾਨ ਸੀ ਜੋ ਇਹ ਮੰਗੋਲ ਦਾ ਰਾਜਾ ਸੀ ਜੀ ਉਸ ਸਮੇਂ, ਤਾਂ ਇਸ ਦੇ ਹਮਲਿਆਂ ਤੋਂ ਭਾਰਤ ਨੂੰ ਬਚਾਇਆ ਸੀ। ਇਹ ਬਹੁਤ ਹੀ ਖਤਰਨਾਕ ਇੱਕ ਰਾਜਾ ਸੀ, ਕਿਉਂਕਿ ਜੋ ਚੰਗੇਜ਼ ਖਾਨ ਸੀ ਇਸ ਦੀ ਈਰਾਨ ਦੇ ਰਾਜੇ ਖਾਰਿਮ ਖਾਨ ਅਤੇ ਜਲਾਲੂਦੀਨ ਮੰਗਾਵਰਾਨੀ ਨਾਲ ਜੋ ਇੱਕ ਦੁਸ਼ਮਣੀ ਚੱਲ ਰਹੀ ਸੀ ਉਹ ਭਾਰਤ ਦੇ ਵਿੱਚ ਆ ਗਏ ਸਨ। ਤਾਂ ਇਲਤੁਤਮਿਸ਼ ਨੇ ਉਹਨਾਂ ਨੂੰ ਮਤਲਬ ਪਨਾਹ ਨਹੀਂ ਦਿੱਤੀ, ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਥੇ ਨਹੀਂ ਰੱਖ ਸਕਦਾ, ਤਾਂ ਉਹਨਾਂ ਨੂੰ ਵਾਪਸ ਜੋ ਹੈ ਭਾਰਤ ਦੇ ਵਿੱਚੋਂ ਭੇਜ ਦਿੱਤਾ ਗਿਆ। ਇਸੇ ਕਰਕੇ ਜੋ ਚੰਗੇਜ਼ ਖਾਨ ਨੇ ਉਸਨੇ ਕਿਹਾ ਕਿ ਉਸਨੇ ਮੇਰੀ ਮਦਦ ਕੀਤੀ ਹੈ ਇਲਤੁਤਮਿਸ਼ ਨੇ, ਇਸ ਕਰਕੇ ਮੈਂ ਭਾਰਤ ਤੇ ਹਮਲਾ ਨਹੀਂ ਕਰਾਂਗਾ। ਤਾਂ ਇਸਨੇ ਆਪਣੀ ਸਿਆਣਪ ਨਾਲ ਜੋ ਹੈ ਇਲਤੁਤਮਿਸ਼ ਨੇ ਭਾਰਤ ਨੂੰ ਚੰਗੇਜ਼ ਖਾਨ ਦੇ ਹਮਲਿਆਂ ਤੋਂ ਬਚਾਇਆ ਹੈ। ਨੈਕਸਟ ਆਂਦਾ ਜੀ, ਉਸ ਸਮੇਂ ਜੋ ਬਗਦਾਦ ਦੇ ਵਿੱਚ ਖਲੀਫਾ ਜੋ ਮੁਸਲਿਮ ਦਾ ਸਭ ਤੋਂ ਹਾਈਐਸਟ ਪੋਸਟ ਤੇ ਬੈਠਦਾ ਹੈ ਉਹ ਬਗਦਾਦ ਦੇ ਵਿੱਚ ਬੈਠਦਾ ਸੀ। ਉਸ ਤੋਂ ਜੋ ਭਾਰਤ ਦਾ ਸੁਲਤਾਨ ਹੋਣ ਦੀ ਉਪਾਧੀ ਹਾਸਲ ਕਰ ਲਈ ਸੀ। ਇਲਤੁਤਮਿਸ਼ ਨੇ ਇੱਕ ਬਹੁਤ ਹੀ ਇੰਪੋਰਟੈਂਟ ਚਾਲੀਸਾ ਬਣਾਈ ਸੀ। ਇਸ ਦੇ ਵਿੱਚ 40 ਪਾਵਰਫੁਲ ਜੋ ਤਰਕਿਸ਼ ਨੋਬਲ ਸਨ, ਅਮੀਰ ਸਨ, ਉਹਨਾਂ ਨੂੰ ਜੋ ਹੈ ਸ਼ਾਮਿਲ ਕੀਤਾ ਗਿਆ ਸੀ। ਇਸ ਨੂੰ ਤੁਰਕ ਨੇ ਚੈਲਗਨੀ ਵੀ ਆਖਿਆ ਜਾਂਦਾ ਸੀ। ਜੋ ਇਹ ਚਾਲੀਸਾ ਸੀ ਇਹ ਬਹੁਤ ਹੀ ਸ਼ਕਤੀਸ਼ਾਲੀ ਹੁੰਦੀ ਸੀ। ਤੁਸੀਂ ਦੇਖ ਸਕਦੇ ਹੋ ਮੰਗੋਲ ਦਾ ਵੰਸ਼ ਜੋ ਚੰਗੇਜ਼ ਖਾਨ ਦਾ ਉਸ ਸਮੇਂ ਦਾ ਰਾਜ ਸੀ, ਇੰਨਾ ਵੱਡੇ ਰਾਜ ਦੇ ਵਿੱਚ ਚੰਗੇਜ਼ ਖਾਨ ਸੀ ਜੋ ਇਹ ਰਾਜ ਕਰਦਾ ਸੀ। ਇਹ ਤੁਸੀਂ ਦੇਖ ਸਕਦੇ ਹੋ ਸਲੇਵ ਵੰਸ਼ ਦੇ ਦੌਰਾਨ ਜੋ ਭਾਰਤ ਦੇ ਵਿੱਚ ਸਲੇਵ ਵੰਸ਼ ਨੇ ਆਪਣਾ ਜੋ ਰਾਜ ਸਥਾਪਿਤ ਕੀਤਾ ਸੀ। ਇਸ ਦੇ ਵਿੱਚ ਨੈਕਸਟ ਆਂਦਾ ਜੀ, ਇਸਨੇ ਜੋ ਐਮਪਾਇਰ ਸੀ ਆਪਣਾ ਜੋ ਰਾਜ ਸੀ ਉਸਨੂੰ ਇਕਤਾ ਦੇ ਵਿੱਚ ਵੰਡ ਦਿੱਤਾ ਸੀਗਾ। ਸੋ ਇਹ ਕੁਐਸਚਨ ਬਾਰ-ਬਾਰ ਪੇਪਰ ਦੇ ਵਿੱਚ ਪੁੱਛਿਆ ਗਿਆ ਕਿ ਇਕਤਾ ਜੋ ਹੈ ਉਹ ਸਿਸਟਮ ਸੀ ਉਹ ਕਿਸ ਨੇ ਸ਼ੁਰੂ ਕੀਤਾ ਸੀ, ਤਾਂ ਇਸ ਦਾ ਆਨਸਰ ਹੈ ਜੀ ਇਲਤੁਤਮਿਸ਼। ਹੁਣ ਇਹ ਇਕਤਾ ਕੀ ਸੀ ਜੀ, ਇਹ ਇੱਕ ਜੋ ਆਪਣਾ ਜੋ ਰਾਜ ਸੀ ਉਸਨੂੰ ਡਿਵਾਈਡ ਕਰ ਦਿੱਤਾ ਜਾਂਦਾ ਸੀ ਕੁਝ ਏਰੀਆ ਦੇ ਵਿੱਚ। ਤਾਂ ਉਹ ਇਕਤਾ ਦਾ ਕੰਮ ਕੀ ਹੁੰਦਾ ਸੀ, ਆਪਣੇ ਏਰੀਆ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨਾ ਅਤੇ ਉੱਥੇ ਜੋ ਹੈ ਟੈਕਸ ਕਲੈਕਟ ਕਰਨਾ। ਸੋ ਇਹ ਜੋ ਕੰਮ ਸੀ ਉਹ ਇਕਤਾ ਦਾ ਸੀ। ਤਾਂ ਇਸਨੇ ਸਿੱਕੇ ਚਲਾਏ ਸਿਲਵਰ ਦੇ ਜਿਸ ਨੂੰ ਤਨਕਾ ਆਖਿਆ ਜਾਂਦਾ ਸੀ, ਔਰ ਕਾਪਰ ਦੇ ਵੀ ਸਿੱਕੇ ਚਲਾਏ ਜਿਸ ਨੂੰ ਜੀਤਲ ਆਖਿਆ ਜਾਂਦਾ ਸੀ। ਇਸ ਨੂੰ ਫਾਦਰ ਆਫ ਟੌਮ ਬਿਲਡਿੰਗ ਕਿਹਾ ਜਾਂਦਾ ਹੈ, ਕਿਉਂਕਿ ਜੋ ਟੌਮ ਬਿਲਡਿੰਗ ਦਾ ਜੋ ਸਟਰਕਚਰ ਇਸ ਤਰੀਕੇ ਦਾ ਬਣਦਾ ਸੀਗਾ, ਜੋ ਉਸ ਦਾ ਜੋ ਭਾਰਤ ਦੇ ਵਿੱਚ ਜੋ ਇਸ ਸਟਰਕਚਰ ਨੂੰ ਲੈ ਕੇ ਆਉਣ ਦਾ ਮੰਨਿਆ ਜਾਂਦਾ ਉਹ ਮੰਨਿਆ ਜਾਂਦਾ ਹੈ ਇਲਤੁਤਮਿਸ਼ ਨੂੰ। ਦਿੱਲੀ ਦੇ ਵਿੱਚ ਸੁਲਤਾਨਗੜੀ ਬਣਵਾਈ, ਔਰ ਜੋ ਕੁਤੁਬ ਮੀਨਾਰ ਜਿਸ ਦੀ ਸ਼ੁਰੂਆਤ ਕੁਤੁਬਉਦੀਨ ਐਬਕ ਨੇ ਬਣਵਾਉਣੀ ਕੀਤੀ ਸੀਗੀ, ਉਸ ਦੀ ਜੋ 3 ਮੰਜ਼ਿਲਾਂ ਸੀਗੀਆਂ ਉਹ ਇਲਤੁਤਮਿਸ਼ ਨੇ ਤਿਆਰ ਕਰਵਾਈਆਂ। ਔਰ ਰਜੀਆ ਸੁਲਤਾਨ ਜੋ ਇਸਦੀ ਬੇਟੀ ਸੀ ਉਸ ਨੂੰ ਇਸਨੇ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰ ਦਿੱਤਾ। ਇਹ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਸੁਲਤਾਨਗੜੀ ਹੈ ਇਹ ਜੋ ਇਲਤੁਤਮਿਸ਼ ਨੇ ਬਣਵਾਈ ਸੀ। ਨੈਕਸਟ ਆਂਦਾ ਜੀ, ਕੁਤੁਬ ਮੀਨਾਰ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ। 72.5 ਮੀਟਰ ਜੋ ਹੈ ਇਹ ਉੱਚੀ ਹੈਗੀ, ਦਿੱਲੀ ਦੇ ਵਿੱਚ ਸਥਿਤ ਹੈ। ਇਹ 239 ਫਿਟ ਇਸ ਦੀ ਹਾਈਟ ਬਣਦੀ ਹੈ। ਜੋ ਇਸਦਾ ਬੇਸ ਤੋਂ ਡਾਇਆਮੀਟਰ ਆ ਉਹ ਹੈਗਾ 14.3 ਮੀਟਰ, ਔਰ ਇਸ ਤੇ ਟੌਪ ਤੇ ਜਾ ਕੇ ਜੋ ਇਸਦਾ ਡਾਇਆਮੀਟਰ ਰਹਿ ਜਾਂਦਾ ਉਹ 2.7 ਮੀਟਰ ਰਹਿ ਜਾਂਦਾ। ਇਹ 1193 ਦੇ ਵਿੱਚ ਕੁਤੁਬਉਦੀਨ ਐਬਕ ਨੇ ਜੋ ਹੈ ਇਸਦੀ ਬਣਾਉਣ ਦੇ ਵਿੱਚ ਸ਼ੁਰੂਆਤ ਕੀਤੀ ਸੀ, ਬਟ ਉਹ ਸਿਰਫ ਇਸ ਦਾ ਬੇਸਮੈਂਟ ਹੀ ਕੰਪਲੀਟ ਕਰਵਾ ਸਕਿਆ ਸੀ। ਉਸ ਤੋਂ ਬਾਅਦ ਇਸਦਾ ਜੋ ਉੱਤਰਾਧਿਕਾਰੀ ਸੀ ਇਲਤੁਤਮਿਸ਼ ਉਸਨੇ ਇਸ ਦੀਆਂ 3 ਮੰਜ਼ਿਲਾਂ ਬਣਵਾਈਆਂ, ਤੇ ਫਾਈਨਲੀ ਜੋ ਸਭ ਤੋਂ ਉੱਪਰ ਵਾਲੀ ਜੋ ਮੰਜ਼ਿਲ ਹੈ ਉਹ ਫਿਰੋਜ਼ ਸ਼ਾਹ ਤੁਗਲਕ ਨੇ ਬਣਵਾਈ ਸੀ। ਇਹ ਤੁਗਲਕ ਵੰਸ਼ ਦਾ ਰਾਜਾ ਹੈ ਜੀ। ਉਸ ਤੋਂ ਬਾਅਦ ਇੱਕ ਇਲਾਈ ਮੀਨਾਰ ਬਣੀ ਹੋਈ ਹੈ ਕੁਤੁਬ ਮੀਨਾਰ ਦੇ ਕੋਲ ਹੀ ਹੈ ਇਹ ਵੀ ਇਲਾਈ ਮੀਨਾਰ, ਇਹ ਅਲਾਊਦੀਨ ਖਿਲਜੀ ਨੇ ਬਣਾਈ ਸੀ। ਇਹ ਜੋ ਇਲਾਈ ਮੀਨਾਰ ਸੀ ਇਹ ਕੁਤੁਬ ਮੀਨਾਰ ਦੇ ਕੋਲ ਹੈ ਜੋ ਕਿ ਅਲਾਊਦੀਨ ਖਿਲਜੀ ਨੇ ਬਣਵਾਉਣ ਦੀ ਸ਼ੁਰੂਆਤ ਕੀਤੀ ਸੀ। ਜਦੋਂ ਅਲਾਊਦੀਨ ਖਿਲਜੀ ਨੇ ਇਸ ਨੂੰ ਬਣਵਾਉਣ ਦੀ ਸ਼ੁਰੂਆਤ ਕਰਵਾਈ ਸੀ ਤਾਂ ਜੋ ਇਸ ਦਾ ਡਿਜ਼ਾਈਨ ਸੀ ਉਹ ਕੁਤੁਬ ਮੀਨਾਰ ਤੋਂ ਵੀ ਉੱਚੀ ਮੀਨਾਰ ਦਾ ਇੱਕ ਡਿਜ਼ਾਈਨ ਸੀ, ਬਟ ਇਸ ਨੂੰ ਕੰਪਲੀਟ ਨਹੀਂ ਕਰਵਾਇਆ ਜਾ ਸਕਿਆ। ਤਾਂ ਨੈਕਸਟ ਆਂਦਾ ਜੀ, ਇਸ ਦੇ ਵਿੱਚ ਜੋ ਹੈ ਕੁਆਤ ਉਲ ਇਸਲਾਮ ਜੋ ਕਿ ਭਾਰਤ ਦੀ ਪਹਿਲੀ ਮਸਜਿਦ ਹੈ ਉਹ ਵੀ ਇਸ ਦੇ ਵਿੱਚ ਹੀ ਸਥਿਤ ਹੈ, ਕੁਤੁਬਉਦੀਨ ਐਬਕ ਨੇ ਬਣਵਾਈ ਸੀ। ਇਹ ਤੁਸੀਂ ਦੇਖ ਸਕਦੇ ਹੋ ਕੁਤੁਬ ਮੀਨਾਰ। ਹੁਣ ਇਹ ਜੋ ਹੈ ਇਹ ਅਲਾਈ ਦਰਵਾਜ਼ਾ ਹੈ ਜੋ ਕਿ ਕੁਤੁਬ ਮੀਨਾਰ ਦੇ ਐਂਟਰੈਂਸ ਤੇ ਇੱਕ ਗੇਟਵੇ ਬਣਿਆ ਹੋਇਆ ਹੈ ਜਿਸ ਨੂੰ ਅਲਾਊਦੀਨ ਖਿਲਜੀ ਨੇ ਬਣਵਾਇਆ, ਔਰ ਇਸ ਦੇ ਨਜ਼ਦੀਕ ਹੀ ਇੱਕ ਆਇਰਨ ਪਿਲਰ ਬਣਿਆ ਹੋਇਆ ਹੈ
ਇਹ ਤੁਸੀਂ ਦੇਖ ਸਕਦੇ ਹੋ। ਇਹ 7.21 ਮੀਟਰ ਉੱਚਾ ਹੈਗਾ ਤੇ 98% ਇਹ ਰੌਟ ਆਇਰਨ ਦਾ ਬਣਿਆ ਹੋਇਆ ਹੈਗਾ। ਇਹ ਚੰਦਰਗੁਪਤ ਟੂ ਨੇ ਬਣਵਾਇਆ ਸੀ, ਗੁਪਤ ਵੰਸ਼ ਦੇ। ਮਤਲਬ ਗੁਪਤ ਵੰਸ਼ ਤਾਂ ਪਹਿਲਾਂ ਸੀ ਐਂਸ਼ੀਅੰਟ ਹਿਸਟਰੀ ਦੇ ਵਿੱਚ, ਉਸਨੇ ਪਹਿਲਾਂ ਹੀ ਇਸ ਨੂੰ ਲਗਵਾ ਦਿੱਤਾ ਸੀ। ਮੰਨਿਆ ਇਹ ਜਾਂਦਾ ਹੈ ਕਿ ਅੱਜ ਤੱਕ ਇਸ ਨੂੰ ਜੰਗਾਲ ਨਹੀਂ ਲੱਗਿਆ। ਇਸ ਤਰੀਕੇ ਦੇ ਜੋ ਹੈ ਆਇਰਨ ਦਾ ਬਣਿਆ ਹੋਇਆ ਹੈ। ਉਸ ਤੋਂ ਬਾਅਦ ਨੈਕਸਟ ਰਾਜ ਹੈ ਜੀ ਜੋ ਇਲਤੁਤਮਿਸ਼ ਤੋਂ ਬਾਅਦ ਬਣਨਾ ਤਾਂ ਵੈਸੇ ਰਜੀਆ ਸੁਲਤਾਨ ਨੇ ਸੀ, ਬਟ ਧੱਕੇ ਨਾਲ ਜੋ ਉਸਦਾ ਬ੍ਰਦਰ ਸੀ ਰੁਕਨੂਦੀਨ ਫਿਰੋਜ਼ ਸ਼ਾਹ, ਉਹ ਬਣ ਗਿਆ। ਇਹ ਇਲਤੁਤਮਿਸ਼ ਦਾ ਸਭ ਤੋਂ ਵੱਡਾ ਬੇਟਾ ਸੀ। ਜੋ ਨੋਬਲ ਸੀਗੇ ਉਸ ਸਮੇਂ, ਮਤਲਬ ਦਰਬਾਰ ਦੇ ਵਿੱਚ ਜੋ ਅਮੀਰ ਬੰਦੇ ਸੀਗੇ, ਉਹਨਾਂ ਨੇ ਇਸ ਨੂੰ ਜੋ ਹੈ ਧੱਕੇ ਦੇ ਨਾਲ ਜੋ ਹੈ ਰਾਜ ਦੇ ਵਿੱਚ ਉਸ ਨੂੰ ਬਿਠਾ ਦਿੱਤਾ। ਬਟ ਜੋ ਉਸ ਸਮੇਂ ਰਾਜ ਸੀ ਉਹ ਇਸ ਦੀ ਜੋ ਮਾਤਾ ਸੀਗੀ ਸ਼ਾਹ ਤੁਰਕੈਨ, ਉਸਨੇ ਸੰਭਾਲਿਆ ਹੋਇਆ ਸੀ। ਤਾਂ ਫਾਈਨਲੀ ਜੋ ਰੁਕਨੂਦੀਨ ਸੀ ਉਸਨੂੰ ਜੋ ਹੈ ਉਹ ਮਰਵਾ ਦਿੱਤਾ ਗਿਆ ਅਤੇ ਉਸਦੀ ਮਦਰ ਨੂੰ ਵੀ ਮਰਵਾ ਦਿੱਤਾ ਗਿਆ। ਤਾਂ ਜੋ ਰਜ਼ੀਆ ਸੁਲਤਾਨ ਸੀ ਜੋ ਅਗਲੀ ਸ਼ਾਸਕ ਬਣ ਗਈ। ਨੈਕਸਟ ਜੀ ਰਜ਼ੀਆ ਸੁਲਤਾਨ, ਬਹੁਤ ਹੀ ਇੰਪੋਰਟੈਂਟ ਹੈ ਇਹ ਪਹਿਲੀ ਅਤੇ ਆਖਰੀ ਮੁਸਲਿਮ ਵੂਮਨ ਹੈ ਜਿਸਨੇ ਭਾਰਤ ਦੇ ਮਤਲਬ ਰਾਜ ਕੀਤਾ। ਇਸ ਦੇ ਦਰਬਾਰ ਦੇ ਵਿੱਚ ਮਤਲਬ ਰਾਜ ਦੇ ਦੌਰਾਨ ਇੱਕ ਜੋ ਅਫਰੀਕਨ ਆਦਮੀ ਸੀਗਾ ਜਲਾਲੁਦੀਨ ਯਾਕੂਤ, ਇਸ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਗਿਆ। ਰਜੀਆ ਨੇ ਇਸ ਨੂੰ ਮਤਲਬ ਕਾਫੀ ਜੋ ਵਧੀਆ ਜੋ ਮਹਿਕਮੇ ਸੀ ਉਹ ਸੰਭਾਲੇ ਹੋਏ ਸੀਗੇ। ਬਟ ਉਸ ਸਮੇਂ ਜੋ ਬਠਿੰਡਾ ਦਾ ਗਵਰਨਰ ਸੀ ਅਲਤੂਨੀਆ, ਉਸਨੇ ਰਜੀਆ ਸੁਲਤਾਨ ਦੇ ਖਿਲਾਫ ਬਗਾਵਤ ਕਰ ਦਿੱਤੀ। ਉਸਨੇ ਇਹ ਕਿਹਾ ਕਿ ਮੈਂ ਰਜੀਆ ਸੁਲਤਾਨ ਦੇ ਰਾਜ ਦੇ ਅੰਦਰ ਨਹੀਂ ਰਹਾਂਗਾ ਤੇ ਮੈਂ ਉਸਦੇ ਕੰਟਰੋਲ ਦੇ ਅੰਡਰ ਵੀ ਨਹੀਂ ਚੱਲਾਂਗਾ। ਤਾਂ ਉਸਨੂੰ ਜੋ ਹੈ ਮਨਾਉਣ ਦੇ ਲਈ ਅਲਤੂਨੀਆ ਨੂੰ ਮਨਾਉਣ ਦੇ ਲਈ ਜਲਾਲੁਦੀਨ ਯਾਕੂਤ ਅਤੇ ਰਜੀਆ ਸੁਲਤਾਨ ਬਠਿੰਡਾ ਪਹੁੰਚੇ, ਜਿੱਥੇ ਅਲਤੂਨੀਆ ਨੇ ਯਾਕੂਤ ਨੂੰ ਜਾਂ ਉਸਨੂੰ ਮਰਵਾ ਦਿੱਤਾ ਅਤੇ ਰਜੀਆ ਸੁਲਤਾਨ ਨੂੰ ਕੈਦ ਕਰ ਲਿਆ। ਬਟ ਬਾਅਦ ਦੇ ਵਿੱਚ ਰਜੀਆ ਸੁਲਤਾਨ ਅਤੇ ਜੋ ਅਲਤੂਨੀਆ ਸੀ ਉਸਨੇ ਜੋ ਹੈ ਸ਼ਾਦੀ ਕਰ ਲਈ। ਤਾਂ ਜੋ ਅਲਤੂਨੀਆ ਸੀ ਉਸਨੇ ਬਠਿੰਡਾ ਤੋਂ ਜੋ ਹੈ ਆਪਣੀ ਸੈਨਾ ਲੈ ਕੇ ਦਿੱਲੀ ਵੱਲ ਨੂੰ ਚੱਲ ਪਿਆ ਤਾਂ ਕਿ ਉਹ ਦਿੱਲੀ ਦਾ ਸੁਲਤਾਨ ਜੋ ਹੈ ਬਣ ਸਕੇ। ਬਟ ਰਾਸਤੇ ਦੇ ਵਿੱਚ ਕੀ ਹੋਇਆ, ਜੋ ਕਿ ਇਲਤੁਤਮਿਸ਼ ਦਾ ਬੇਟਾ ਸੀਗਾ ਬਹਿਰਮ ਸ਼ਾਹ, ਉਸਨੇ ਇਸ ਤੇ ਹਮਲਾ ਕਰਕੇ ਅਲਤੂਨੀਆ ਅਤੇ ਰਜੀਆ ਸੁਲਤਾਨ ਦੋਨਾਂ ਨੂੰ ਹੀ ਮਾਰ ਦਿੱਤਾ। ਸੋ ਉਸ ਤੋਂ ਬਾਅਦ ਜੋ ਹੈ ਕਾਫੀ ਸਮਾਂ ਇੱਕ ਬੈਟਲ ਆਫ ਸਕਸੈਸ਼ਨ ਚੱਲਦੀ ਰਹੀ। ਮਤਲਬ ਰਾਜ ਸੰਭਾਲਣ ਦੇ ਲਈ ਜੋ ਅੱਗੇ ਇਲਤੁਤਮਿਸ਼ ਦੇ ਬੇਟੇ ਸੀ ਅਤੇ ਉਹਨਾਂ ਦੇ ਵਿਚਕਾਰ ਜੋ ਹੈ ਇੱਕ ਰਾਜ ਚਲਾਉਣ ਦੇ ਲਈ ਲੜਾਈ ਚੱਲਦੀ ਰਹੀ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਿੰਨ ਦੇ ਵਿਚਕਾਰ ਜੋ ਹੈ ਥੋੜਾ ਸਮਾਂ ਜੋ ਹੈ ਇਹਨਾਂ ਨੇ ਜੋ ਲੜਾਈ ਚੱਲਦੀ ਰਹੀ। ਤਾਂ ਜੋ ਫਾਈਨਲੀ ਜੋ ਹੈ ਉਹ ਬਣਿਆ ਗਿਆਸੂਦੀਨ ਬਲਬਨ। ਇਹ ਬਹੁਤ ਹੀ ਇੰਪੋਰਟੈਂਟ ਰਾਜ ਹੈ ਜੀ ਸਲੇਵ ਡਾਇਨੈਸਟੀ ਦਾ। 1266 ਤੋਂ ਲੈ ਕੇ 1286 ਤੱਕ ਇਸਨੇ ਜੋ ਹੈ ਦਿੱਲੀ ਤੇ ਰਾਜ ਕੀਤਾ। ਬਲਬਨ 1265 ਦੇ ਵਿੱਚ ਰਾਜਗੱਦੀ ਤੇ ਬੈਠਿਆ, ਜਦੋਂ ਕਿ ਇਸਨੇ ਜੋ ਇਲਤੁਤਮਿਸ਼ ਦੀ ਸਾਰੀ ਫੈਮਿਲੀ ਸੀ ਉਸਨੂੰ ਮਰਵਾ ਦਿੱਤਾ ਸੀ। ਇਹ 40 ਦਾ ਮੈਂਬਰ ਸੀ ਜੋ ਕਿ ਇਲਤੁਤਮਿਸ਼ ਨੇ ਬਣਾਈ ਸੀ। ਤਾਂ ਇਸਨੇ ਸਭ ਤੋਂ ਪਹਿਲਾਂ ਜੋ 40 ਸੀ ਉਸਨੂੰ ਖਤਮ ਕਰਵਾ ਦਿੱਤਾ। ਜੋ ਸਾਰੀ 40 ਸੀ ਉਸਨੂੰ ਮਰਵਾ ਦਿੱਤਾ ਸੀ, ਕਿਉਂਕਿ ਜੋ 40 ਸੀ ਉਹ ਬਹੁਤ ਹੀ ਸਟਰੋਂਗ ਹੁੰਦੀ ਸੀ, ਉਸਦੇ ਵਿੱਚ ਕਾਫੀ ਪਾਵਰ ਹੁੰਦੀ ਸੀ। ਮਤਲਬ ਜਿੰਨੇ ਵੀ ਫੈਸਲੇ ਲਏ ਜਾਂਦੇ ਸੀ ਉਹ 40 ਦੁਆਰਾ ਲਏ ਜਾਂਦੇ ਸੀ। ਇਸ ਕਰਕੇ ਇਸਨੇ ਸਭ ਤੋਂ ਪਹਿਲਾਂ ਤਾਂ 40 ਨੂੰ ਹੀ ਖਤਮ ਕਰਵਾ ਦਿੱਤਾ। ਅਤੇ ਜੋ ਮਿਲਟਰੀ ਤੇ ਫਾਈਨਾਂਸ ਡਿਪਾਰਟਮੈਂਟ ਸੀ ਇਹ ਦੋਨੋਂ ਅਲੱਗ-ਅਲੱਗ ਕਰ ਦਿੱਤੇ। ਜੋ ਮਿਲਟਰੀ ਡਿਪਾਰਟਮੈਂਟ ਸੀ ਉਸਨੂੰ ਦੀਵਾਨ ਅਰੀਜ਼ ਕਿਹਾ ਜਾਂਦਾ ਸੀ, ਔਰ ਜੋ ਫਾਈਨਾਂਸ ਡਿਪਾਰਟਮੈਂਟ ਸੀ ਉਸਨੂੰ ਦੀਵਾਨ ਵਜ਼ਾਰਤ ਆਖਿਆ ਜਾਂਦਾ ਸੀ। ਇਸਨੇ ਆਪਣੇ ਆਪ ਨੂੰ ਜੋ ਹੈ ਡਿਪਟੀ ਆਫ ਗੋਡ, ਮਤਲਬ ਪਰਮਾਤਮਾ ਦਾ ਦੂਤ ਜੋ ਹੈ ਇੱਥੇ ਆਪਣੇ ਆਪ ਨੂੰ ਅਖਵਾਇਆ, ਅਤੇ ਸ਼ੈਡੋ ਆਫ ਗੋਡ, ਪਰਮਾਤਮਾ ਦੀ ਜੋ ਪਰਛਾਈ ਹੈ, ਆਪਣੇ ਆਪ ਨੂੰ ਲੋਕਾਂ ਤੋਂ ਕਹਵਾਇਆ। ਇਸ ਨੂੰ ਜਿੱਲੇ ਇਲਾਹੀ ਆਖਿਆ ਜਾਂਦਾ ਸੀ। ਇਸ ਤੋਂ ਇਲਾਵਾ ਇਸਨੇ ਸਿਜਦਾ ਅਤੇ ਪੈਬੋਸ, ਮਤਲਬ ਝੁੱਕ ਕੇ ਸਲਾਮ ਕਰਨਾ ਅਤੇ ਲੇਟ ਕੇ ਜੋ ਹੈ ਮੱਥਾ ਟੇਕਣਾ, ਜੋ ਉਸ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇਸਨੇ 9 ਰੋਜ਼ੇ ਹੈ ਜੋ ਉਹਨਾਂ ਦੀ ਸ਼ੁਰੂਆਤ ਕੀਤੀ। ਇਸਨੇ ਪਾਰਸ਼ੀਅਨ ਪੋਇਟ, ਬਹੁਤ ਹੀ ਇੰਪੋਰਟੈਂਟ ਹੈ, ਅਮੀਰ ਖੁਸਰੋ ਨੂੰ ਆਪਣੇ ਦਰਬਾਰ ਦੇ ਵਿੱਚ ਜੋ ਹੈ ਸਰਪ੍ਰਸਤੀ ਦਿੱਤੀ। ਔਰ ਲੜਾਈ ਜਿੱਤਣ ਦੇ ਲਈ ਇੱਕ ਜੋ ਹੈ ਸੂਤਰ ਜੋ ਹੈ ਇੱਕ ਮਤਲਬ ਇੱਕ ਜੋ ਹੈ ਇੱਕ ਸਲੋਗਨ ਜੋ ਹੈ ਰੱਖਿਆ, ਜਿਸਨੂੰ ਬਲੱਡ ਐਂਡ ਆਇਰਨ ਕਿਹਾ ਜਾਂਦਾ ਹੈ। ਇੱਕ ਅਕਸਰ ਪੇਪਰ ਵਿੱਚ ਪੁੱਛਿਆ ਗਿਆ ਕਿ ਬਲੱਡ ਐਂਡ ਆਇਰਨ ਜੋ ਨੀਤੀ ਸੀ ਉਹ ਕਿਸਨੇ ਚਲਾਈ ਸੀ? ਇਹ ਬਲਬਨ ਨੇ ਚਲਾਈ ਸੀ।
ਇਸ ਦੇ ਸਮੇਂ ਡੀਪਲੀ ਰੇਸਿਸਟ ਹੁੰਦਾ ਸੀ, ਮਤਲਬ ਜੋ ਨਸਲਵਾਦ ਹੁੰਦਾ ਸੀ ਉਹ ਕਾਫੀ ਜ਼ਿਆਦਾ ਹੁੰਦਾ ਸੀ, ਭੇਦਭਾਵ। ਇਸ ਤੋਂ ਇਲਾਵਾ ਇਸਨੇ ਮੰਗੋਲ ਦੇ ਖਿਲਾਫ ਜੋ ਸੀ ਆਪਣੀ ਆਰਮੀ ਸੀ ਕਾਫੀ ਜ਼ਿਆਦਾ ਜੋ ਸੀ ਸਟਰੋਂਗ ਕੀਤੀ ਸੀ। ਔਰ ਜੋ ਬਲਬਨ ਦੀ ਡੈਥ ਤੋਂ ਬਾਅਦ ਇਸਦਾ ਜੋ ਗ੍ਰੈਂਡਸਨ ਸੀ ਕੈਕੋਬਾਦ, ਉਹ ਸਲੇਵ ਡਿਨਾਸਟੀ ਦਾ ਆਖਰੀ ਰਾਜਾ ਬਣਿਆ। ਤਾਂ ਆਖਰੀ ਰਾਜਾ ਜੋ ਸਲੇਵ ਡਿਨਾਸਟੀ ਸੀ ਉਹ ਸੀ ਕੈਕੋਬਾਦ, ਜਿਸਨੇ 1287 ਤੋਂ ਲੈ ਕੇ 1290 ਤੱਕ ਰਾਜ ਕੀਤਾ। ਤਾਂ ਖਿਲਜੀ ਦੇ ਜੋ ਵੰਸ਼ ਦੇ ਜੋ ਉਸ ਸਮੇਂ ਦੇ ਸ਼ਾਸਕ ਸਨ ਉਹਨਾਂ ਨੇ ਇਸ ਨੂੰ ਮਾਰ ਦਿੱਤਾ, ਅਤੇ ਉੱਥੇ ਹੀ ਕੀ ਹੋ ਗਿਆ, ਇਲਬਰੀ ਡਾਇਨੈਸਟੀ ਦਾ ਖਾਤਮਾ ਹੋ ਗਿਆ, ਅਤੇ ਇੱਥੋਂ ਇੱਕ ਨਵੇਂ ਵੰਸ਼ ਦੀ ਸ਼ੁਰੂਆਤ ਹੋਈ, ਖਿਲਜੀ ਵੰਸ਼। ਸੋ ਖਿਲਜੀ ਵੰਸ਼ ਦਾ ਆਪਾਂ ਜੋ ਗੱਲ ਹੈ ਉਹ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਗਰ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ। ਸੋ ਥੈਂਕ ਯੂ ਜੀ।